everyone, my name is Manpreet Kaur. Now I will discuss with you IELTS writing task 2 that is based on the agree or disagree statement. ਅੱਜ ਜਿਹੜਾ ਕਿ ਅਸੀਂ ਐਗਰੀ ਔਰ ਡਿਸਐਗਰੀ ਵਾਲਾ ਟਾਸਕ ਜਿਹੜਾ ਡਿਸਕਸ ਕਰਾਂਗੇ ਕਿ ਇਸ ਲਈ ਆਪਾਂ ਇੰਟਰੋਡਕਸ਼ਨ ਕਿਵੇਂ ਰੈਡੀ ਕਰ ਸਕਦੇ ਹਾਂ ਤੇ ਟੋਟਲ ਜਿਹੜੇ ਆਪਾਂ ਕਿੰਨੇ ਬੋਡੀ ਪੈਰਾਗ੍ਰਾਫ ਬਣਾ ਕੇ ਕਿੰਨੇ ਪੈਰਾਗ੍ਰਾਫ ਦੇ ਵਿੱਚ ਕੰਪਲੀਟ ਕਰ ਸਕਦੇ ਹਾਂ। जिस तरीके ਨਾਲ कि ਸਾਡਾ ਐਗਰੀ ਔਰ ਡਿਸਐਗਰੀ ਵਾਲਾ ਟਾਸਕ ਹੁੰਦਾ ਆ ਆਪਾਂ ਇਸ ਨੂੰ 70 ਔਰ 30% ਦੇ ਬੇਸ ਤੇ ਕਰਦੇ ਆ। ਮੀਨ ਕਿ ਜੇ ਅਸੀਂ ਸਟੇਟਮੈਂਟ ਦੇ ਨਾਲ ਐਗਰੀ ਕੀਤਾ ਆ ਦੈਨ ਅਸੀਂ 70% ਜਿਹੜੇ ਵਿਊ ਆ ਐਗਰੀ ਸਾਈਡ ਤੇ ਦੇਵਾਂਗੇ ਐਂਡ 30% ਜਿਹੜੇ ਵਿਊ ਆ ਡਿਸਐਗਰੀ ਸਾਈਡ ਤੇ ਦੇਵਾਂਗੇ। ਬਿਕੋਜ਼ ਕੋਈ ਵੀ ਜਿਹੜੀ ਥਿੰਗ ਹੈਗੀ ਆ ਚਾਹੇ ਕੋਈ ਵੀ ਸਟੇਟਮੈਂਟ ਹੈਗੀ ਆ ਕਿ 100% ਸ਼ੋਰਟੀ ਨਹੀਂ ਹੁੰਦੀ ਕਿ ਇਹਦੇ ਬੈਨੀਫਿਟ ਹੀ ਹੈਗੇ ਆ ਜਾਂ ਕਿਸੇ ਵੀ ਚੀਜ਼ ਦੇ ਜਾਂ ਫਿਰ ਇਹਦੇ ਕਿ 100% ਡਰੋਬੈਕਸ ਹੀ ਹੈਗੇ ਆ। ਇਸ ਲਈ ਕਿ ਕਿਸੇ ਵੀ ਚੀਜ਼ ਦੇ ਜਦੋਂ ਕਿ ਕੋਈ ਬੈਨੀਫਿਟ ਹੁੰਦੇ ਆ ਕੁਛ ਨਾ ਕੁਛ ਉਹਦੇ ਡਰੋਬੈਕਸ ਵੀ ਹੁੰਦੀਆਂ ਆ। ਇਸ ਲਈ ਕਿ ਆਪਾਂ ਜਿਹੜਾ ਕਿ ਟੋਟਲੀ ਐਗਰੀ ਵੀ ਨਹੀਂ ਕਰਨਾ ਤੇ ਨਾ ਹੀ ਟੋਟਲੀ ਡਿਸਐਗਰੀ ਕਰਨਾ ਆ। 70-30% ਹੀ ਕਰਨਾ ਆ ਕਿ 70% ਵਿਊ ਜੇ ਆਪਾਂ ਐਗਰੀ ਕੀਤਾ ਐਗਰੀ ਤੇ 30% ਜਿਹੜੇ ਆਪਾਂ ਓਪੋਜਿਟ ਸਾਈਡ ਤੇ ਦੇਵਾਂਗੇ ਮੀਨ ਕਿ ਡਿਸਐਗਰੀ ਸਾਈਡ ਤੇ। ਜਿਸ ਤਰੀਕੇ ਨਾਲ ਕਿ ਅੱਜ ਵਾਲਾ ਜਿਹੜਾ ਸਾਡਾ ਫਾਰਮੈਟ ਹੈਗਾ ਆ ਇਹਦੇ ਵਿੱਚ ਕਿ ਟੋਟਲ ਜਿਹੜੇ 5 ਪੈਰਾਗ੍ਰਾਫ ਬਣਦੇ ਆ। ਫਸਟ ਜਿਹੜਾ ਕਿ ਸਾਡਾ ਇੰਟਰੋਡਕਸ਼ਨ ਦਾ ਬਣਦਾ ਜਿਹੜੀ ਕਿ ਰੀਫਰੇਜ਼ਿੰਗ ਪਲਸ ਥੀਸਿਸ ਦੇ ਨਾਲ ਮਿਲਾ ਕੇ ਬਣਦੀ ਆ ਐਂਡ ਬੋਡੀ ਪੈਰਾਗ੍ਰਾਫ 1 ਐਂਡ ਬੋਡੀ ਪੈਰਾਗ੍ਰਾਫ 2 ਜਿਹੜੇ ਦੋ ਪੈਰਾਗ੍ਰਾਫ ਬਣਾਉਣੇ ਆ। ਜੇ ਅਸੀਂ ਐਗਰੀ ਕੀਤਾ ਆ ਦੈਨ 70% ਵਿਊ ਆਪਾਂ ਦੋ ਬੋਡੀ ਪੈਰਾਗ੍ਰਾਫ ਦੇ ਵਿੱਚ ਡਿਸਕ੍ਰਾਈਬ ਕਰਾਂਗੇ ਐਂਡ BP3 ਜਿਹੜਾ ਕਿ ਬੋਡੀ ਪੈਰਾਗ੍ਰਾਫ 3 ਆ ਉਹਦੇ ਵਿੱਚ ਆਪਾਂ ਡਿਸਐਗਰੀ ਸਾਈਡ ਮੀਨ ਕਿ ਓਪੋਜਿਟ ਸਾਈਡ ਦੇ ਵਿਊ ਜਿਹੜੇ ਕਿ ਡਿਸਕਸ ਕਰਾਂਗੇ। ਤੇ ਲਾਸਟ ਪੇਜ ਜਿਹੜਾ ਸਾਡਾ ਕੀ ਆਉਂਦਾ ਕਨਕਲੂਜਨ ਜਿਹੜਾ ਕਿ ਆਪਾਂ ਆਪਣੀ ਥੀਸਿਸ ਦੇ ਬੇਸ ਤੇ ਮੀਨ ਕਿ 70% ਜਿੱਧਰ ਸਾਡੇ ਵਿਊ ਹੈਗੇ ਆ ਉਹਦੇ ਨਾਲ ਹੀ ਆਪਾਂ ਜਿਹੜਾ ਕਨਕਲੂਜਨ ਆਪਣਾ ਮੈਂਸ਼ਨ ਕਰਾਂਗੇ। ਸਮ ਜਿਹੜਾ ਪੁਆਇੰਟ ਆ ਕੋਈ ਇੱਕ ਪੁਆਇੰਟ ਜਿਹੜਾ ਆਪਾਂ ਦੇ ਸਕਦੇ ਆ ਜਿਸ ਤਰੀਕੇ ਨਾਲ ਕਿ ਨਾਲ ਜੋ ਵੀ ਸਾਡੀ ਸਟੇਟਮੈਂਟ ਆ ਉਹਦੇ ਅਕੋਰਡਿੰਗ ਕਿਸ ਤਰੀਕੇ ਨਾਲ ਐਦਾਂ ਹੋ ਸਕਦਾ ਆ ਉਸ ਵੇ ਤੇ ਕਿ ਸਾਡਾ ਕਨਕਲੂਜਨ ਬਣਦਾ ਆ। Okay, now we read the statement. ਸਾਡੀ ਅੱਜ ਵਾਲੀ statement ਹੈ the best way to solve the world's environment problem is to increase the price of the fuel। ਇੱਥੇ ਤੱਕ ਸਾਡੀ statement ਹੋ ਗਈ ਕਿ best way ਮਤਲਬ ਵਧੀਆ ਵੇ ਹੈਗਾ ਵਰਡਸ ਦੀ ਜਿਹੜੀ ਕਿ environment problem ਨੂੰ solve ਕਰਨ ਦਾ ਜਿਹੜਾ ਪ੍ਰਾਈਸ ਜਿਹੜਾ ਫਿਊਲ ਦਾ ਉਹਨੂੰ ਵਧਾ ਦੇਣਾ। Do you agree or disagree ਕਿ ਤੁਸੀਂ ਐਗਰੀ ਆ ਜਾਂ ਡਿਸਐਗਰੀ ਆ। ਮੀਨ ਕਿ ਸਟੇਟਮੈਂਟ ਹੈਗੀ ਆ ਕਿ ਵਰਲਡ ਦੇ ਵਿੱਚ ਇਨਵਾਇਰਮੈਂਟ ਪ੍ਰੋਬਲਮ ਰਿਗਾਰਡਿੰਗ ਜਿਹੜੀ ਪੋਲਿਊਸ਼ਨ ਦੇ ਰਿਗਾਰਡਿੰਗ ਪ੍ਰੋਬਲਮ ਹੈਗੀ ਆ ਕਿ ਮਤਲਬ ਉਹਨੂੰ ਸੋਲਵ ਕਰਨੇ ਫਿਊਲ ਦਾ ਪ੍ਰਾਈਸ ਮਤਲਬ ਵਧਾ ਦੇਣਾ ਚਾਹੀਦਾ ਲਾਈਕ ਡੀਜ਼ਲ ਹੋ ਗਿਆ ਪੈਟਰੋਲ ਵਗੈਰਾ ਹੋ ਗਿਆ। ਕਿ ਤੁਸੀਂ ਇਹਨਾਂ ਐਗਰੀ ਜਾਂ ਡਿਸਐਗਰੀ ਕਰਾਂਗੇ। ਇਸ ਸਟੇਟਮੈਂਟ ਦੇ ਵਿੱਚ ਮੈਂ ਡਿਸਐਗਰੀ ਕੀਤਾ ਹੋਇਆ ਹੈ ਕਿ ਮੈਂ ਇਸ ਸਟੇਟਮੈਂਟ ਨਾਲ ਡਿਸਐਗਰੀ ਆ ਕਿ ਪ੍ਰਾਈਸ ਨਹੀਂ ਮਤਲਬ ਜਿਹੜਾ ਕਿ ਵਧਾਉਣਾ ਵਧੀਆ ਨਹੀਂ ਹੈਗਾ ਇਸ ਲਈ ਮੈਂ ਡਿਸਐਗਰੀ ਕੀਤਾ ਆ। ਫਸਟ ਆਪਾਂ ਜਿਹੜੀ ਇੰਟਰੋਡਕਸ਼ਨ ਇਹਦੀ ਰੈਡੀ ਕਰਾਂਗੇ ਪਹਿਲਾਂ ਆਪਾਂ ਕਰਾਂਗੇ ਇਹਦੀ ਰੀਫਰੇਜ਼ਿੰਗ ਹੈ it is considered that the most effective measures to tackle worldwide environment degradation is to raise the cost of the fossil fuels। ਇੱਥੇ ਤੱਕ ਸਾਡੀ ਹੋ ਗਈ ਇਹ ਰੀਫਰੇਜ਼ਿੰਗ ਜਿਹਦੇ ਵਿੱਚ ਆਪਾਂ ਥੋੜੇ ਬਹੁਤੇ ਸਿਨੋਨਿਮ ਯੂਜ਼ ਕਰਦੇ ਹਾਂ ਕਿ ਸੈਂਟੈਂਸ ਫਾਰਮੇਸ਼ਨ ਥੋੜੀ ਜਿਹੀ ਚੇਂਜ ਕਰਦੇ ਹਾਂ ਮੀਨਿੰਗ ਸੇਮ ਹੁੰਦਾ ਆ ਇਸ ਲਈ ਕਿ ਆਪਾਂ ਰੀਫਰੇਜ਼ਿੰਗ ਬੋਲਦੇ ਜਿਹਦੇ ਵਿੱਚ ਆਪਾਂ ਕਿ ਸਿਨੋਨਿਮ ਯੂਜ਼ ਕਰ ਲਏ ਸੈਂਟੈਂਸ ਫਾਰਮੇਸ਼ਨ ਜਿਹੜੀ ਚੇਂਜ ਹੋ ਗਈ ਸਟੇਟਮੈਂਟ ਦੀ ਬਟ ਮੀਨਿੰਗ ਸੇਮ ਹੋਵੇ। ਹੁਣ ਆਪਾਂ ਮੋਸਟ ਇਫੈਕਟਿਵ ਮੇਜਰਸ ਯੂਜ਼ ਕੀਤਾ ਆ ਬੈਸਟ ਵੇ ਦੀ ਪਲੇਸ ਤੇ ਠੀਕ ਹੈ ਟੈਕਲ ਵਗੈਰਾ ਹੋ ਗਿਆ ਸੋਲਵ ਦੀ ਜਗ੍ਹਾ ਤੇ ਹੋ ਗਿਆ ਵਰਲਡ ਵਾਈਡ ਇਨਵਾਇਰਮੈਂਟਲ ਡਿਗਰੇਡੇਸ਼ਨਸ ਹੋ ਗਿਆ ਵਰਲਡਸ ਇਨਵਾਇਰਮੈਂਟ ਪ੍ਰੋਬਲਮ is to raise the cost of the fossil fuel mean to increase the price of the fuel। ਇੱਥੇ ਤੱਕ ਸਾਡੀ ਹੋ ਗਈ ਰੀਫਰੇਜ਼ਿੰਗ ਜਿਹੜਾ ਕਿ ਮੀਨਿੰਗ ਸੇਮ ਆ ਜਸਟ ਜਿਹੜੀ ਆ ਥੋੜੀ ਜਿਹੀ ਸੈਂਟੈਂਸ ਫਾਰਮੇਸ਼ਨ ਐਂਡ ਸਿਨੋਨਿਮਸ ਵਗੈਰਾ ਯੂਜ਼ ਹੋਏ ਆ। ਨੈਕਸਟ ਅੱਗੇ ਹੈਗੀ ਸਾਡੀ ਥੀਸਿਸ thus I disagree with the statement that it is the best solution to solve the problem of atmosphere by inclining the price of natural fuels। ਕਿ ਮੈਂ ਡਿਸਐਗਰੀ ਕਰਦੇ ਆ ਕਿਹੜੀ ਸਟੇਟਮੈਂਟ ਨਾਲ ਡਿਸਐਗਰੀ ਕਰਦੀ ਆ ਕਿ ਬੈਸਟ ਵੀ ਹੈਗਾ ਆ ਐਟਮੋਸਫੇਅਰ ਦੀ ਪ੍ਰੋਬਲਮ ਨੂੰ ਸੋਲਵ ਕਰਨ ਦਾ ਫਿਊਲ ਦੇ ਪ੍ਰਾਈਸ ਨੂੰ ਇਨਕਰੀਜ਼ ਕਰਨਾ। ਐਟਮੋਸਫੇਅਰ ਮੀਨ ਕਿ ਇਨਵਾਇਰਮੈਂਟ ਦੀ ਪਲੇਸ ਤੇ ਆਪਾਂ ਯੂਜ਼ ਕੀਤਾ ਮੀਨ ਕਿ ਇਹਦਾ ਸਿਨੋਨਿਮ ਹੈਗਾ ਪ੍ਰਾਈਸ ਆਫ ਨੈਚੁਰਲ ਫਿਊਲਸ ਮੀਨ ਹੋ ਗਿਆ ਇਨਕਰੀਜ਼ ਦੀ ਪ੍ਰਾਈਸ ਆਫ ਦਾ ਫਿਊਲਸ ਇਹਦੀ ਜਗ੍ਹਾ ਤੇ ਆਪਾਂ ਯੂਜ਼ ਕੀਤਾ। ਇਹ ਸਾਡੀ ਹੋ ਗਈ ਪ੍ਰੋਪਰ ਇੰਟਰੋਡਕਸ਼ਨ ਰੀਫਰੇਜ਼ਿੰਗ ਪਲਸ ਹੋ ਗਈ ਸਾਡੀ ਥੀਸਿਸ। ਹੁਣ ਆਪਾਂ ਇਸ ਸਟੇਟਮੈਂਟ ਨਾਲ ਡਿਸਐਗਰੀ ਕੀਤਾ ਆ ਕਿ ਜਿਹੜਾ ਪ੍ਰਾਈਸ ਨਹੀਂ ਵਧਾਉਣਾ ਚਾਹੀਦਾ ਆ। ਹੁਣ ਇਹਦੇ ਵਿੱਚ ਆਪਾਂ ਕੀ ਕਰਨਾ ਕਿ ਜਿਹੜਾ BP1 ਬੋਡੀ ਪੈਰਾਗ੍ਰਾਫ 1 ਐਂਡ ਬੋਡੀ ਪੈਰਾਗ੍ਰਾਫ 2 ਆ ਇਹਦੇ ਵਿੱਚ ਆਪਾਂ ਡਿਸਐਗਰੀ ਸਾਈਡ ਦੇ ਪੁਆਇੰਟ ਡਿਸਕ੍ਰਾਈਬ ਕਰਾਂਗੇ ਲਾਈਕ ਕਿ ਆਪਾਂ ਕੀ ਡਿਸਐਗਰੀ ਕੀਤਾ ਕਿ ਪ੍ਰਾਈਸ ਕਿਉਂ ਨਹੀਂ ਵਧਾਉਣਾ ਚਾਹੀਦਾ। ਫਸਟ ਦਾ BP ਨੂੰ ਸਟਾਰਟ ਕਰਨਾ ਜੈਨੂਅਨਲੀ ਅਦਰਵਾਈਜ਼ ਆਪਾਂ ਐਡਮਿਟਡਲੀ ਯੂਜ਼ ਕਰ ਸਕਦੇ ਹਾਂ ਕਨੈਕਟਰਸ ਹੈਗੇ ਆ। There are enormous other way which damage the natural environment to initiate with।
ਕਿ ਆਪਾਂ ਹੁਣ VP1 ਦੇ ਵਿੱਚ ਇਹ ਕਿਹਾ ਆ ਕਿ ਅਦਰਸ ਵੀ ਹੈਗੇ ਆ ਜਿਹੜੇ ਕਿ ਨੈਚੁਰਲ ਇਨਵਾਇਰਨਮੈਂਟ ਨੂੰ ਡੈਮੇਜ ਕਰਦੇ ਆ ਟੂ ਇਨੀਸ਼ੀਏਟ ਵਿਦ। ਹੁਣ ਇਹਦੇ ਵਿੱਚ ਆਪਾਂ ਪੁਆਇੰਟ ਡਿਸਕ੍ਰਾਈਬ ਕਰਾਂਗੇ ਅਦਰਸ ਵੀ ਹੈ ਕਿਹੜੇ ਜਿਹੜੇ ਕਿ ਨੈਚੁਰਲ ਇਨਵਾਇਰਨਮੈਂਟ ਨੂੰ ਡੈਮੇਜ ਕਰ ਰਹੇ ਆ। ਐਂਡ BP2 ਬੋਡੀ ਪੈਰਾਗ੍ਰਾਫ 2 ਆ ਗਿਆ ਐਡਿੰਗ ਮੋਰ ਇਟ, ਮਤਲਬ ਇਹਦੇ ਨਾਲ ਦੇ ਹੀ ਆਪਾਂ ਪੁਆਇੰਟ ਡਿਸਕਸ ਕਰਾਂਗੇ। ਮੀਨ ਕਿ 70% ਵਿਊ ਜਿਹੜੇ ਆਪਾਂ ਇਹਨਾਂ ਦੋਨੋਂ ਪੈਰਾਗ੍ਰਾਫ ਦੇ ਵਿੱਚ ਮੈਂਸ਼ਨ ਕਰ ਦੇਣੇ ਆ। ਮੋਸਟਲੀ ਜਿਹੜਾ ਫਿਊਲ ਵਗੈਰਾ ਮੀਨ ਕਿ ਕਾਰਸ ਵਗੈਰਾ ਵਿੱਚ ਮਤਲਬ ਵਹੀਕਲਸ ਵਗੈਰਾ ਦੇ ਵਿੱਚ ਯੂਜ਼ ਹੁੰਦਾ ਆ। ਹੁਣ ਆਪਾਂ ਇਹ 'ਚ ਪੁਆਇੰਟ ਡਿਸਕਸ ਕਰਾਂਗੇ ਕਿ ਕਾਰਸ ਹੀ ਨਹੀਂ ਓਨਲੀ ਜਿਹੜਾ ਰਿਸਪੌਂਸੀਬਲ ਵੇ ਹੈਗੇ ਆ ਕਿ ਪੋਲਿਊਸ਼ਨ ਨੂੰ ਕ੍ਰੀਏਟ ਕਰਨ ਦਾ, ਠੀਕ ਆ। ਉਸ ਤੋਂ ਇਲਾਵਾ ਅਦਰਸ ਵੀ ਹੈਗੇ ਆ ਲਾਈਕ ਇੰਡਸਟਰੀ ਅਤੇ ਫੈਕਟਰੀਜ਼ ਜਿਹੜੀਆਂ ਆ ਉਹ ਡਿਫਰੈਂਟ ਕਾਈਂਡ ਆਫ ਫਿਊਲਸ ਵਗੈਰਾ ਕੈਮੀਕਲਸ ਵਗੈਰਾ ਜਿਹੜੇ ਆ ਯੂਜ਼ ਕਰਦੀਆਂ ਆ ਫॉर ਮੇਕਿੰਗ ਡਿਫਰੈਂਟ ਕਾਈਂਡ ਆਫ ਪ੍ਰੋਡਕਟਸ ਬਣਾਉਣ ਦੇ ਲਈ। ਆਫਟਰ ਜਿਹੜਾ ਮੇਕਿੰਗ ਦਾ ਪ੍ਰੋਡਕਟਸ ਹੋ ਗਿਆ ਉਹਨਾਂ ਦਾ ਜਿਹੜਾ ਵੇਸਟ ਮਟੀਰੀਅਲ ਗਾਰਬੇਜ ਵਗੈਰਾ ਹੈਗਾ ਕੈਮੀਕਲ ਵੇਸਟ 'ਤੇ ਹੋ ਗਿਆ ਜਾਂ ਕੋਈ ਫਿਊਲਸ ਵਗੈਰਾ ਵੇਸਟ ਫਿਊਲਸ ਹੋ ਗਿਆ, ਉਹਨਾਂ ਨੂੰ ਯੂਜ਼ ਕਰਨ ਤੋਂ ਬਾਅਦ ਰਿਵਰਸ ਵਗੈਰਾ ਦੇ ਵਿੱਚ ਥਰੂ ਕਰ ਦਿੰਦੇ ਆ, ਮੀਨ ਕੇ ਸੁੱਟ ਦਿੰਦੇ ਆ। ਉਹਦੇ ਨਾਲ ਕਿ ਵਾਟਰ ਜਿਹੜਾ ਪਲਿਊਟ ਹੋ ਰਿਹਾ, ਜਦੋਂ ਵਾਟਰ ਪਲਿਊਟ ਹੁੰਦਾ ਐਨੀਮਲਸ ਵਗੈਰਾ ਜਾਂ ਹਿਊਮਨਸ ਵਗੈਰਾ ਡਰਿੰਕ ਕਰਦੇ ਆ, ਉਹਦੇ ਨਾਲ ਕਿ ਉਹਨਾਂ ਦੀ ਲਾਈਫ 'ਤੇ ਬੈਡ ਇਫੈਕਟ ਪੈਂਦਾ ਆ। ਬਹੁਤ ਸਾਰੀ ਜਿਹੜੀ ਐਨੀਮਲਸ ਦੀ ਕੈਟਾਗਰੀਜ਼ ਹੈਗੀਆਂ ਆ ਜਿਹੜੀਆਂ ਕਿ ਪਲਿਊਟ ਵਾਟਰ ਪੀਣ ਦੇ ਨਾਲ ਜਿਹੜੀਆਂ ਕਿ ਉਹ ਲੋਸ ਹੋ ਚੁੱਕੀਆਂ ਆ, ਜਿਹਦੇ ਨਾਲ ਕਿ ਇਨਵਾਇਰਨਮੈਂਟ ਦਾ ਬੈਲੈਂਸ ਵੀ ਡਿਸਟਰਬ ਹੁੰਦਾ ਆ। ਇਸ ਲਈ ਕਿ ਜਿਹੜਾ ਪ੍ਰਾਈਸ ਜਿਹੜਾ ਆ ਫਿਊਲ ਦਾ ਜਿਹੜਾ ਆ ਇਨਕਰੀਜ਼ ਕਰਨਾ ਇੱਕ ਬੈਸਟ ਵੇ ਨਹੀਂ ਹੈਗਾ। ਅਦਰਸ ਜਿਹੜੇ ਵੇ ਹੈਗੇ ਆ ਉਹਨਾਂ 'ਤੇ ਪ੍ਰੋਪਰ ਜਿਹੜਾ ਧਿਆਨ ਦੇਣਾ ਜ਼ਰੂਰੀ ਹੈ। ਇਹ ਸਾਡਾ ਇੱਕ ਮੇਨ ਰੀਜ਼ਨ ਹੋ ਗਿਆ ਕਿ ਕਿਉਂ ਆਪਾਂ ਜਿਹੜਾ ਪ੍ਰਾਈਸ ਆ ਫਿਊਲ ਦਾ ਨਹੀਂ ਵਧਾਉਣਾ ਚਾਹੀਦਾ, ਠੀਕ ਆ। ਉਸ ਤੋਂ ਇਲਾਵਾ ਆਪਾਂ ਐਡਿੰਗ ਮੋਰ ਇਟ ਵਿੱਚ ਵੀ ਮੈਂਸ਼ਨ ਕਰਦੇ ਹਾਂ ਕਿ ਮਤਲਬ ਕੀ ਆ ਕਿ ਜਿਹੜੇ ਕਿ ਜੇ ਆਪਾਂ ਪ੍ਰਾਈਸ ਫਿਊਲ ਦਾ ਵਧਾਉਂਦੇ ਆ ਇਹਦੇ ਨਾਲ ਆਟੋਮੋਬਾਈਲ ਇੰਡਸਟਰੀ 'ਤੇ ਇੱਕ ਬੈਡ ਇਫੈਕਟ ਪਊਗਾ, ਠੀਕ ਆ। ਜਿਹਦੇ ਨਾਲ ਕਿ ਪੀਪਲ ਜਿਹੜੇ ਆ ਘੱਟ ਪ੍ਰਾਈਵੇਟ ਵਾਹੀਕਲਸ ਵਗੈਰਾ ਬਾਏ ਕਰਨਗੇ ਬਿਕੋਜ਼ ਜਿਹੜਾ ਕਿ ਪ੍ਰਾਈਸ ਜ਼ਿਆਦਾ ਹੋਊਗਾ, ਜਿਹਦੇ ਨਾਲ ਕਿ ਕੰਟਰੀ ਦੀ ਇਕਨੋਮੀ ਲੈਵਲ ਵੀ ਡਾਊਨ ਹੋਊਗਾ। ਉਸ ਤੋਂ ਇਲਾਵਾ ਕਿ ਜਿਹਦਾ ਪ੍ਰਾਈਸ ਆਪਾਂ ਵਧਾ ਦਿੰਦੇ ਆ ਮਿਡਲ ਕਲਾਸ ਪੀਪਲ ਜਿਹੜੇ ਆ ਕਿ ਸਫਰ ਕਰਨਗੇ। ਰਿਚ ਪੀਪਲ 'ਤੇ ਕੋਈ ਬੈਡ ਇਫੈਕਟ ਨਹੀਂ ਪਊਗਾ, ਨਾਰਮਲੀ ਫਿਊਲਸ ਵਗੈਰਾ ਜਿਹੜਾ ਆ ਕਿ ਬਾਏ ਕਰ ਸਕਦੇ ਆ, ਬਟ ਮਿਡਲ ਕਲਾਸ ਪੀਪਲ ਨੂੰ ਸਫਰ ਕਰਨਾ ਪਊਗਾ, ਜਿੰਨਾ ਕਿ ਉਹਨਾਂ ਦੀ ਲਾਈਫ ਦੇ ਵਿੱਚ ਬਹੁਤ ਹੀ ਜਿਹੜਾ ਫਾਈਨੈਂਸ਼ੀਅਲ ਪ੍ਰੋਬਲਮ ਜਿਹੜੀਆਂ ਕ੍ਰੀਏਟ ਹੋ ਜਾਊਗੀਆਂ। ਉਸ ਤੋਂ ਇਲਾਵਾ ਆਪਾਂ ਇਹ ਬੋਲ ਸਕਦੇ ਹਾਂ ਕਿ ਜਿਹੜਾ ਪ੍ਰਾਈਸ ਵਧਾਉਣ ਦੇ ਨਾਲੋਂ ਗਵਰਨਮੈਂਟ ਨੂੰ ਕੀ ਚਾਹੀਦਾ ਹੈ, ਸੈਲਫ ਪਾਵਰਡ ਵਾਹੀਕਲਸ ਵਗੈਰਾ ਹੈਗੇ ਆ ਲਾਈਕ ਜਿਹੜੇ ਇਲੈਕਟ੍ਰੀਕਲ ਵਾਹੀਕਲਸ ਹੈਗੇ ਆ, ਸੋਲਰ ਐਨਰਜੀ ਵਾਹੀਕਲ ਜਿਹੜੇ ਉਹ ਪ੍ਰੋਡਿਊਸ ਕਰਨੇ ਚਾਹੀਦੇ ਆ, ਜਿਹਦੇ ਨਾਲ ਕਿ ਪੋਲਿਊਸ਼ਨ ਕੰਟਰੋਲ ਹੋ ਸਕਦਾ ਆ। ਪ੍ਰਾਈਸ ਵਧਾਉਣਾ ਜਿਹੜਾ ਇੱਕ ਇਫੈਕਟਿਵ ਵੇ ਨਹੀਂ ਹੈਗਾ। ਇਹ ਹੈ ਸਾਡੇ ਪੁਆਇੰਟ ਜਿਹੜੇ ਕਿ ਆਪਾਂ BP1 ਐਂਡ BP2 ਦੇ ਵਿੱਚ ਡਿਸਕ੍ਰਾਈਬ ਕਰ ਦੇਣੇ ਆ ਵਿਦ ਐਗਜ਼ਾਮਪਲਸ ਹੋ ਗਿਆ ਐਂਡ ਰਿਜ਼ਲਟ ਵਗੈਰਾ ਦੇ ਨਾਲ। ਉਸ ਤੋਂ ਨੈਕਸਟ ਆ ਗਿਆ BP3 ਮੀਨ ਕੇ ਬੋਡੀ ਪੈਰਾਗ੍ਰਾਫ 3 nevertheless notwithstanding there are some benefits to rise the cost of the fuels to commence with ਕਿ some benefits ਵੀ ਹੈਗੇ ਆ, ਮਤਲਬ nevertheless notwithstanding ਮਤਲਬ ਇਸ ਤੋਂ ਇਲਾਵਾ ਫਿਰ ਵੀ ਕਿ ਕੁਝ ਬੈਨੀਫਿਟ ਵੀ ਹੈਗੇ ਆ ਜੇ ਆਪਾਂ ਫਿਊਲ ਦਾ ਪ੍ਰਾਈਸ ਨੂੰ ਵਧਾਉਂਦੇ ਆ। ਹੁਣ ਇੱਥੇ ਉਹ ਡਿਸਕ੍ਰਾਈਬ ਕਰਨੇ ਆ ਮੀਨ ਕਿ ਆਪਾਂ 30% ਇਹਦੇ ਵਿੱਚ ਵਿਊ ਦੇ ਰਹੇ ਆ ਕਿ ਜੇ ਆਪਾਂ ਇਹਦਾ ਇੰਕਰੀਜ਼ ਕਰਦੇ ਹਾਂ ਫਿਊਲ ਦਾ ਪ੍ਰਾਈਸ ਦੈਨ ਜਿਹੜੇ ਆ ਪੀਪਲ ਆ ਪਬਲਿਕ ਟਰਾਂਸਪੋਰਟੇਸ਼ਨ ਵਗੈਰਾ ਨੂੰ ਜ਼ਿਆਦਾ ਪ੍ਰੈਫਰੈਂਸ ਦੇਣਗੇ, ਪ੍ਰਾਈਵੇਟ ਵਾਹੀਕਲਸ ਘੱਟ ਯੂਜ਼ ਕਰਨਗੇ, ਜਿਹਦੇ ਨਾਲ ਕਿ ਘੱਟ ਵਾਹੀਕਲਸ ਜਿਹੜੇ ਆ ਰੋਡ 'ਤੇ ਰਨ ਕਰਨਗੇ ਐਂਡ ਉਹਦੇ ਨਾਲ ਪੋਲਿਊਸ਼ਨ ਜਿਹੜਾ ਆਟੋਮੈਟਿਕਲੀ ਕੰਟਰੋਲ ਦੇ ਵਿੱਚ ਆਏਗਾ। ਇਸ ਤਰੀਕੇ ਦਾ ਆਪਾਂ 30% ਜਿਹੜੇ ਆ ਵੀ ਆਪਾਂ ਇਹਦੇ ਵਿੱਚ ਦੇ ਸਕਦੇ ਹਾਂ। ਅਤੇ ਲਾਸਟ ਵਿੱਚ ਸਾਡਾ ਆ ਗਿਆ ਕਨਕਲੂਜਨ ਟੂ ਰੀਕੈਪਚੁਲੇਟ ਆਈ ਐਡਮਿਟ ਦੈਟ, ਮਤਲਬ ਮੈਂ ਇਹ ਮੰਨਦੀ ਹਾਂ ਕਿ ਇਹਦੇ ਵਿੱਚ ਆਪਾਂ ਪੁਆਇੰਟ ਦੇਣਾ ਆਪਣਾ ਕਿ ਪੋਲਿਊਸ਼ਨ ਜਿਹੜਾ ਆ ਕਿ ਪੋਲਿਊਸ਼ਨ ਨੂੰ ਕੰਟਰੋਲ ਕਰਨ ਦੇ ਲਈ ਜਾਂ ਇਨਵਾਇਰਨਮੈਂਟ ਪ੍ਰੋਬਲਮ ਨੂੰ ਕੰਟਰੋਲ ਕਰਨ ਲਈ ਸਿਰਫ ਜਿਹੜਾ ਆ ਫਿਊਲ ਦਾ ਪ੍ਰਾਈਸ ਜਿਹੜਾ ਇਨਕਰੀਜ਼ ਕਰਨਾ ਇੱਕ ਛੋਟਾ ਜਿਹਾ ਕੰਮ ਆ, ਮਤਲਬ ਉਹ ਸੋਲਵ ਨਹੀਂ ਕਰ ਸਕਦਾ। ਦੇਅਰਫੋਰ ਮੀਨ ਕਿ ਇਸ ਲਈ ਗੌਰਮੈਂਟਸ ਨੂੰ ਅਦਰਸ ਮੇਜਰਸ ਜਿਹੜੀ ਆ ਅਗਰ ਸਟੈਪਸ ਲੈਣੇ ਚਾਹੀਦੇ ਆ, ਜਿਹੜੇ ਅਦਰ ਫੈਕਟਰਸ ਜਿਹੜੇ ਆ ਪੋਲਿਊਸ਼ਨ ਨੂੰ ਜਿਹੜੇ ਵਧਾ ਰਹੇ ਆ ਉਹਨਾਂ 'ਤੇ ਮਤਲਬ ਧਿਆਨ ਦੇਣਾ ਚਾਹੀਦਾ ਰੈਦਰ ਦੈਨ ਇਨਕਰੀਜ਼ਿੰਗ ਦੀ ਪ੍ਰਾਈਸ ਆਫ ਦਾ ਫਿਊਲ। ਇਸ ਤਰੀਕੇ ਨਾਲ ਕਿ ਆਪਾਂ ਐਗਰੀ ਔਰ ਡਿਸਐਗਰੀ ਵਾਲਾ ਜਿਹੜਾ ਟੌਪਿਕ ਆ ਪ੍ਰੋਪਰਲੀ ਜਿਹੜਾ ਡਿਸਕ੍ਰਾਈਬ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ, ਜਿਹੜਾ ਕਿ ਸਾਡਾ ਵਧੀਆ ਪੈਡ ਲੈਣ ਦੇ ਵਿੱਚ ਹੈਲਪਫੁਲ ਵੀ ਹੈਗਾ ਆ। ਓਕੇ, ਥੈਂਕ ਯੂ ਸੋ ਮਚ।